हेलो स्टूडेंट्स, असी डैलर्स कमीशन के अकॉर्डिंग 4 पिलर्स ऑफ एजुकेशन 21st सेंचुरी कर रहे हैं। पहला असी लर्निंग टू नो फस्ट पिलर कर चुके, अज करांगे लर्निंग टू डू सैकेंड पिलर। सब तो पहला थोड़ी जी इंट्रोडक्शन देख लैने दी। द सैकेंड पिलर ऑफ एजुकेशन अकॉर्डिंग टू डैलर्स कमीशन इज लर्निंग टू डू। After acquiring the knowledge, the learner should practice that knowledge in his life. It doesn't mean vocationalization of education, rather, it is closely related with occupational training. Such acquired knowledge can be applied to do all types of work in future also. Here, life skills are preferred for the occupational skills. For meeting the requirements of job, the person will have to keep pace with new knowledge, new skills and competencies altogether. ਤਾਂ ਹੁਣ ਜੇ ਪੰਜਾਬੀ 'ਚ ਇਹਦੀ ਗੱਲ ਕਰੀਏ ਤਾਂ ਇਹ ਕੀ ਕਹਿੰਦੇ ਨੇ ਕਿ ਸੈਕਿੰਡ ਪਿਲਰ ਆ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜੋ ਵੀ ਇਹਨਾਂ ਨੇ ਰਿਕਮੈਂਡੇਸ਼ਨਸ ਕੀਤੀਆਂ ਨੇ 4 ਪਿਲਰ ਦੀਆਂ, ਸਿੱਖਿਆ ਦੇ 4 ਸਤੰਭ ਨੇ, ਤਾਂ ਦੂਜਾ ਸਤੰਭ ਆ ਕਰਨ ਲਈ ਸਿੱਖਣਾ। ਅਸੀਂ ਪਹਿਲਾਂ ਕੀਤਾ ਇਹ ਜਾਣਨ ਲਈ ਸਿੱਖਣਾ, ਨੌਲੇਜ ਲੈਣ ਲਈ ਸਿੱਖਣਾ। ਤਾਂ ਨੌਲੇਜ ਲੈਣ ਲਈ ਸਿੱਖਣ ਤੋਂ ਬਾਅਦ ਕਰਨ ਲਈ ਸਿੱਖਣਾ ਆ ਜਾਂਦਾ, ਕਿਉਂਕਿ ਜਿਹੜੀ ਨੌਲੇਜ ਅਸੀਂ ਲੈਂਦੇ ਹਾਂ ਜਿੰਨੀ ਦੇਰ ਉਹਨੂੰ ਅਸੀਂ ਆਪਣੇ ਲਾਈਫ ਦੇ ਵਿੱਚ ਅਪਲਾਈ ਨਹੀਂ ਕਰਦੇ, ਕੁਛ ਕਰਦੇ ਨਹੀਂ ਉਹਦੇ ਅਕੋਰਡਿੰਗ, ਤਾਂ ਉਹ ਨੌਲੇਜ ਜਿਹੜੀ ਉਹ ਬੇਕਾਰ ਹੁੰਦੀ ਹੈ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜਿਹੜੀ ਨੌਲੇਜ ਹੈ ਸਿਰਫ ਰੋਜੀ ਰੋਟੀ ਵਾਸਤੇ ਹੈ ਜਾਂ ਕੰਮਾਂ ਕਾਰਾਂ ਪੈਸੇ ਕਮਾਉਣ ਦਾ ਸਾਧਨ ਹੈ। ਇਹ ਨੌਲੇਜ ਜਿਹੜੀ ਲਾਈਫ ਦੇ ਵਿੱਚ ਹਰੇਕ ਫੀਲਡ ਦੇ ਵਿੱਚ ਕੰਮ ਆਉਂਦੀ ਆ। ਚਾਹੇ ਤੁਸੀਂ ਕੋਈ ਵੀ ਸਕਿੱਲਸ, ਲਾਈਫ ਸਕਿੱਲਸ ਸਿੱਖ ਰਹੇ ਹੋ, ਆਕੂਪੇਸ਼ਨਲ ਸਕਿੱਲਸ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਨਾਲ ਇਹ ਲਾਈਫ ਸਕਿੱਲ ਚੱਲਦੀਆਂ ਨੇ, ਕਿਉਂਕਿ ਅਸੀਂ ਜੌਬ ਦੇ ਵਿੱਚ ਜਦੋਂ ਜਿਹੜੀਆਂ ਸਾਡੀਆਂ ਆਕੂਪੇਸ਼ਨਲ ਸਕਿੱਲਸ ਨੇ ਉਹ ਸਾਨੂੰ ਜੌਬ ਦੇ ਵਿੱਚ ਐਂਟਰ ਕਰਾਉਂਦੀਆਂ ਨੇ, ਪਰ ਜਿਹੜੀਆਂ ਲਾਈਫ ਸਕਿੱਲਸ ਹੁੰਦੀਆਂ ਨੇ ਸਾਡੀਆਂ ਉਹ ਸਾਨੂੰ ਕੀ ਕਰਦੀਆਂ ਨੇ, ਉਹ ਸਾਨੂੰ ਜੌਬ ਦੇ ਵਿੱਚ ਟਿਕਾਉਣ ਵਿੱਚ ਮਦਦ ਕਰਦੀਆਂ ਨੇ। ਸਾਡਾ ਬਿਹੇਵੀਅਰ ਆ ਜਿਹੜਾ ਉਹ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੁਤਬੇ ਦੇ ਉੱਤੇ ਕਾਮਯਾਬ ਹੋਣ ਲਈ ਬਹੁਤ ਜ਼ਰੂਰੀ ਹੈ। ਹੁਣ ਅਸੀਂ ਦੇਖਦੇ ਹਾਂ ਕਿ ਇਸ ਦਾ ਡੈਲਰਸ ਕਮਿਸ਼ਨ ਦੇ ਅਕੋਰਡਿੰਗ ਕੀ ਮੀਨਿੰਗ ਆ। ਲਰਨਿੰਗ ਟੂ ਡੂ ਇਜ਼ ਵਨ ਆਫ ਦਾ 4 ਪਿਲਰਸ ਆਫ ਡੈਲਰਸ ਰਿਪੋਰਟ 1996. It involves the acquisition of skills that are often linked to occupational success, such as computer training, managerial training and apprenticeship. ਤਾਂ ਇਹਦੇ ਵਿੱਚ ਇਹ ਕੀ ਕਹਿੰਦੇ ਨੇ ਕਿ ਇਹ ਜਿਹੜੀ ਲਰਨਿੰਗ ਟੂ ਡੂ ਆ, ਇਹ ਇਸ ਤਰ੍ਹਾਂ ਦੀਆਂ ਸਕਿੱਲਸ ਸਿੱਖਣ ਦੇ ਵਿੱਚ ਇਨਵੋਲਵ ਆ। ਤਾਂ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਸਕਿੱਲਸ ਆਉਂਦੀਆਂ ਨੇ ਜਿਹੜੀਆਂ ਆਕੂਪੇਸ਼ਨਲ ਸਕਸੈਸ ਦੇ ਨਾਲ ਲਿੰਕ ਹੁੰਦੀਆਂ ਨੇ। ਅਸੀਂ ਜਿਹੜੀ ਆ ਆਪਣੇ ਕਾਰੋਬਾਰ ਦੇ ਵਿੱਚ, ਆਪਣੇ ਕੰਮਾਂ ਕਾਰਾਂ ਦੇ ਵਿੱਚ ਸਕਸੈਸਫੁਲ ਤਾਂ ਹੋ ਸਕਦੇ ਹਾਂ ਜੇ ਸਾਨੂੰ ਕੰਪਿਊਟਰ ਦੀ ਟ੍ਰੇਨਿੰਗ ਮਿਲੀ ਵੀ ਹੋਊਗੀ, ਮੈਨੇਜਮੈਂਟ ਦੀ ਟ੍ਰੇਨਿੰਗ ਮਿਲੀ ਗਈ ਹੋਊਗੀ, ਜਾਂ ਹੋਰ ਜਿਹੜੀਆਂ ਤੁਹਾਡੀ ਜਿਵੇਂ ਟੀਚਿੰਗ ਲਾਈਨ ਦੇ ਵਿੱਚ ਤੁਹਾਡੀ BEd ਦੀ TP ਲੱਗਦੀ ਆ, ਉਸ ਤਰ੍ਹਾਂ ਦੀ ਜਿਹੜੀ ਸਕਿੱਲ ਆ ਇਹ। ਤਾਂ ਇਸ ਤਰ੍ਹਾਂ ਸਕਿੱਲ ਜੇ ਸਾਡੇ ਹੱਥ 'ਚ ਹੋਊਗੀ, ਥਿਓਰੈਟੀਕਲ ਨਹੀਂ, ਓਨਲੀ ਸਕਿੱਲ ਹੱਥ 'ਚ ਹੋਊਗੀ, ਤਾਂ ਇਹ ਲਾਈਫ ਲੌਂਗ ਜਿਹੜੀ ਪ੍ਰੋਸੈਸ ਆ ਲਰਨਿੰਗ ਦੀ ਉਸ ਨਾਲ ਡੀਲ ਕਰਦੀ ਆ। ਕੈਰੀਅਰ ਕਾਉਂਸਲਿੰਗ ਕਰਦੀ ਆ, ਇੰਸਟਰਕਸ਼ਨਸ ਐਂਡ ਟ੍ਰੇਨਿੰਗ ਇਨ ਜੌਬ ਰਿਲੇਟਡ ਸਕਿੱਲਸ। ਤਾਂ ਲਰਨਿੰਗ ਟੂ ਡੂ ਆ ਜਿਹੜਾ ਪਿਲਰ, ਇਹ ਸਾਨੂੰ ਇਸ ਤਰ੍ਹਾਂ ਦੀ ਟ੍ਰੇਨਿੰਗ ਦਿੰਦਾ ਕਿ ਸਾਡੀਆਂ ਜੌਬ ਨਾਲ ਰਿਲੇਟਡ ਸਕਿੱਲਸ ਨੇ ਜਿਹੜੀਆਂ ਉਹ ਡਿਵੈਲਪ ਹੋ ਜਾਣ। ਐਂਡ ਆ ਕਮਿਟਮੈਂਟ ਟੂ ਐਜੂਕੇਟ ਐਂਡ ਟੂ ਟ੍ਰੇਨ ਗ੍ਰੈਜੂਏਟਸ ਹੂ ਵਿਲ ਬੀ ਏਜੰਟ ਟੂ ਚੇਂਜ। ਤਾਂ ਇਸ ਤਰ੍ਹਾਂ ਦੇ ਗ੍ਰੈਜੂਏਟ ਪੈਦਾ ਕਰਨਾ, ਇਸ ਤਰ੍ਹਾਂ ਦੇ ਗ੍ਰੈਜੂਏਟਸ ਨੂੰ ਟ੍ਰੇਨਿੰਗ ਦੇਣਾ ਜਿਹੜੇ ਕਿ ਚੇਂਜ ਲੈ ਕੇ ਆਉਣ ਦੇ ਵਿੱਚ ਇੱਕ ਏਜੰਟ ਦੀ ਭੂਮਿਕਾ ਨਿਭਾਉਣ। ਮੀਨਸ ਅੱਜ ਜਨਰੇਸ਼ਨ ਹੈ ਜਿਹੜੀ ਉਹ ਐਜੂਕੇਸ਼ਨ ਦੇ ਰਾਹੀਂ ਹੀ ਸਮਾਜ ਨੂੰ ਚੇਂਜ ਕਰ ਸਕਦੀ ਆ। ਤਾਂ ਇਸ ਤਰ੍ਹਾਂ ਦੀ ਐਜੂਕੇਸ਼ਨ ਦੀ ਕਾਮਨਾ ਹੈ ਜਿਹੜੀ ਇਸ ਕਮਿਸ਼ਨ ਦੁਆਰਾ ਕੀਤੀ ਗਈ ਹੈ। ਹੁਣ ਜੇ ਅਸੀਂ ਕਹੀਏ ਕਿ ਲਰਨਿੰਗ ਟੂ ਡੂ ਜਿਹੜੀ ਨੌਲੇਜ ਆ ਉਹ ਕਿਵੇਂ ਅਸੀਂ ਕਿ ਉਸ ਦੇ ਵਿੱਚ ਕਿਵੇਂ ਇਨਵੋਲਵ ਹੋ ਸਕਦੇ ਹਾਂ, ਉਸ ਦੀ ਪ੍ਰੈਕਟਿਸ ਕਿਵੇਂ ਕਰ ਸਕਦੇ ਹਾਂ, ਤਾਂ ਇਹਦੇ ਵਿੱਚ ਕੁਝ ਗੱਲਾਂ ਕੀਤੀਆਂ ਗਈਆਂ ਨੇ। ਸਕਿੱਲ ਡਿਵੈਲਪਮੈਂਟ, ਪ੍ਰੈਕਟੀਕਲ ਨੋ,
ਡਿਵੈਲਪਮੈਂਟ ਆਫ ਕੰਪੀਟੈਂਸੀ, ਲਾਈਫ ਸਕਿੱਲਸ, ਪਰਸਨਲ ਕੁਆਲਿਟੀਜ਼, ਐਪਟੀਟਿਊਡਸ, ਐਟੀਟਿਊਡਸ। ਤੇ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਸਾਨੂੰ ਲਰਨਿੰਗ ਟੂ ਡੂ ਵੱਲ ਨੂੰ ਲੈ ਕੇ ਜਾਂਦੀਆਂ ਨੇ। ਨੌਲੇਜ ਦੇ ਨਾਲ ਨਾਲ ਸਾਨੂੰ ਜਿਹੜੀਆਂ ਸਕਿੱਲਸ ਵੀ ਸਿੱਖਣ ਦਾ ਮੌਕਾ ਮਿਲਦਾ ਹੈ। ਤਾਂ ਲਰਨਿੰਗ ਟੂ ਡੂ ਕੀ ਹੈ? ਲਾਈਫ ਲੌਂਗ ਲਰਨਿੰਗ ਪਲੱਸ TVET ਮੀਨਸ ਟੈਕਨੀਕਲ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ। ਤਾਂ ਇਹ ਸਾਰਾ ਪ੍ਰੋਗਰਾਮ ਕੀ ਹੈ? ਐਜੂਕੇਸ਼ਨ ਨੂੰ ਲਾਈਫ ਸਕਿੱਲਸ ਦੇ ਨਾਲ ਜੋੜਨਾ, ਉਹਦੇ ਵਿੱਚ ਆਕੂਪੇਸ਼ਨਲ ਸਕਿੱਲਸ ਵੀ ਜਿਹੜੀਆਂ ਨੇ ਇਨਵੋਲਵ ਨੇ। ਹੁਣ ਅੱਗੇ ਅਸੀਂ ਦੇਖਦੇ ਹਾਂ ਪਰਪਸਿਸ ਆਫ ਲਰਨਿੰਗ ਟੂ ਡੂ। ਕਿਹੜੇ ਕਿਹੜੇ ਉਦੇਸ਼ ਨੇ ਕਰਨ ਲਈ ਸਿੱਖਣ ਦੇ? ਨੰਬਰ 1 ਤੇ ਹੈਗਾ ਐਡਜਸਟਮੈਂਟ ਬਿਟਵੀਨ ਐਜੂਕੇਸ਼ਨ ਐਂਡ ਆਕੂਪੇਸ਼ਨ। ਤਾਂ ਇਹਦੀ ਗੱਲ ਤਾਂ ਅਸੀਂ ਵਾਰ-ਵਾਰ ਕਰਦੇ ਆ ਰਹੇ ਹਾਂ ਕਿ ਜਿਹੜੀ ਇਸ ਤਰ੍ਹਾਂ ਦੀ ਐਜੂਕੇਸ਼ਨ ਦੇਣੀ ਜਿਹੜੀ ਆਕੂਪੇਸ਼ਨ ਨਾਲ ਸੰਬੰਧਿਤ ਹੋਵੇ, ਇਸ ਤਰ੍ਹਾਂ ਦੀ ਸਕਿੱਲਸ ਦੀ ਨੌਲੇਜ ਦੇਣੀ ਜਿਹੜੀਆਂ ਆਕੂਪੇਸ਼ਨਲ ਸਕਿੱਲਸ ਦੇ ਵੱਲ ਨੂੰ ਜਾਂਦੀਆਂ ਹੋਣ। ਤਾਂ ਐਡਜਸਟਮੈਂਟ ਕਰਨਾ ਸਿਖਾਉਂਦੀ ਹੈ ਸਾਨੂੰ ਇਹ। ਫਿਰ ਹੈ ਮੋਡੀਫਾਈ ਐਨ ਇੰਡੀਵਿਜੂਅਲ ਟੂ ਕੋਪ ਵਿਦ ਚੇਂਜ। ਕਿਸੇ ਵੀ ਵਿਅਕਤੀ ਨੂੰ ਇੰਨਾ ਮੋਡੀਫਾਈ ਕਰ ਦਿੰਦੀ ਹੈ ਕਿ ਉਹ ਚੇਂਜ ਨੂੰ ਸਵੀਕਾਰ ਕਰਨ ਦੇ ਵਿੱਚ ਕੋਈ ਵੀ ਝਿਜਕ ਮਹਿਸੂਸ ਨਹੀਂ ਕਰਦਾ। ਤਾਂ ਇਹਦੇ ਵਿੱਚ ਬਹੁਤ ਸਾਰੀਆਂ ਐਗਜ਼ਾਮਪਲਸ ਤੁਸੀਂ ਲੈ ਸਕਦੇ ਹੋ, ਜਿਵੇਂ ਕੋਈ ਵੀ ਜਿਹੜੇ ਸੀਨੀਅਰਸ ਹੁੰਦੇ ਨੇ, ਸੀਨੀਅਰ ਸਿਟੀਜ਼ਨ ਕਹਿ ਲਓ ਤੁਸੀਂ, ਜਾਂ ਕਹਿ ਲਓ ਕਿ ਜਿਹੜੇ ਰਿਟਾਇਰਮੈਂਟ ਦੇ ਨੇੜੇ ਇੰਪਲਾਈਜ਼ ਹੁੰਦੇ ਨੇ, ਤਾਂ ਉਹ ਵੀ ਜਿਹੜੀਆਂ ਸਕਿੱਲਸ ਨੇ ਜੇ ਤਾਂ ਉਹ ਨਾਲੋਂ ਨਾਲ ਸਿੱਖ ਲੈਣਗੇ ਮਾਡਰਨ ਜਿਹੜਾ ਟੈਕਨੋਲੋਜੀ ਆ, ਤਾਂ ਉਹ ਐਡਜਸਟਮੈਂਟ ਕਰਨਗੇ। ਨਹੀਂ, ਉਹ ਐਡਜਸਟ ਨਹੀਂ ਕਰ ਸਕਦੇ। ਤਾਂ ਇਹਦਾ ਮਤਲਬ ਇਹ ਆ ਕਿ ਲਰਨਿੰਗ ਟੂ ਡੂ ਸਾਨੂੰ ਮੋਡੀਫਾਈ ਕਰਨਾ ਸਿਖਾਉਂਦੀ ਹੈ, ਆਪਣੇ ਆਪ ਨੂੰ ਚੇਂਜ ਕਰਨਾ ਸਿਖਾਉਂਦੀ ਹੈ। ਟੂ ਪਰਫਾਰਮ ਅ ਸਪੈਸੀਫਿਕ ਟਾਸਕ, ਕਿਉਂਕਿ ਅੱਜ ਦਾ ਜਿਹੜਾ ਯੁੱਗ ਆ ਟੈਕਨੋਲੋਜੀ ਦਾ ਯੁੱਗ ਆ, ਨੌਲੇਜ ਦਾ ਵਿਸਫੋਟ ਹੋ ਰਿਹਾ ਹੈ। ਤਾਂ ਸਪੈਸੀਫਿਕ ਟਾਸਕ ਨੇ ਜਿਹੜੀਆਂ ਉਹਨਾਂ ਨੂੰ ਪਰਫਾਰਮ ਕਰਨਾ ਤੁਹਾਨੂੰ ਆਉਣਾ ਚਾਹੀਦਾ ਹੈ। ਤੁਹਾਨੂੰ ਲਾਈਫ ਦੇ ਚੈਲੰਜ ਨੇ, ਆਕੂਪੇਸ਼ਨ ਦੇ ਚੈਲੰਜ ਨੇ ਜਿਹੜੇ ਉਹਨਾਂ ਵਿੱਚ ਕਿਵੇਂ ਪਰਫਾਰਮੈਂਸ ਕਰਨੀ ਹੈ ਇਹ ਆਉਣਾ ਚਾਹੀਦਾ। ਤਾਂ ਇਹ ਲਰਨਿੰਗ ਟੂ ਡੂ ਇਸੇ ਮੋਟਿਵ ਲਈ ਹੈ। ਫਿਰ ਹੈ ਟੂ ਡੀਲ ਵਿਦ ਦਾ ਵੈਰਾਈਟੀ ਆਫ ਸਿਚੁਏਸ਼ਨਸ। ਅਲੱਗ-ਅਲੱਗ ਤਰ੍ਹਾਂ ਦੀਆਂ ਸਿਚੁਏਸ਼ਨ ਹੁੰਦੀਆਂ ਨੇ ਸਾਡੇ ਕੰਮ ਦੀ ਜਗ੍ਹਾ 'ਤੇ, ਸਾਡੇ ਸੁਸਾਇਟੀ ਦੇ ਵਿੱਚ। ਉਹਨਾਂ ਨੂੰ ਡੀਲ ਕਿਵੇਂ ਕਰਨਾ, ਸਮਾਰਟਲੀ ਡੀਲ ਕਿਵੇਂ ਕਰਨਾ, ਇਹ ਚੀਜ਼ ਸਿਖਾਉਂਦਾ ਹੈ ਸਾਨੂੰ। ਟੂ ਵਰਕ ਇਨ ਟੀਮ, ਕੋਆਪਰੇਸ਼ਨ ਦੀ ਜਿਹੜੀ ਭਾਵਨਾ ਹੈ ਉਹ ਸਿਖਾਉਂਦਾ ਹੈ, ਟੀਮ ਵਰਕ ਕਰਨਾ ਸਿਖਾਉਂਦਾ ਹੈ। ਟੂ ਐਕਟ ਕ੍ਰੀਏਟਿਵਲੀ ਐਕਟ ਕਰਨਾ ਸਿਖਾਉਂਦਾ ਹੈ, ਸਮਾਰਟਨੈਸ ਨਾਲ ਕੰਮ ਕਰਨਾ ਸਿਖਾਉਂਦਾ ਹੈ ਸਾਨੂੰ। ਤਾਂ ਇਹਦੇ 'ਚ ਅਸੀਂ ਇੱਕ ਜਿਹੜੀ ਆ ਪ੍ਰੋਸੈਸ ਦੇਖਦੇ ਹਾਂ ਜਿਹੜਾ ਲਰਨਿੰਗ ਟੂ ਡੂ ਆ। ਉਹਦੇ ਵਿੱਚ ਕੀ ਆ? ਕਲੀਅਰਲੀ ਡਿਫਾਈਨਡ ਟਾਸਕ, ਰੋਟੇਸ਼ਨਲ ਪ੍ਰੈਕਟਿਸ, ਟਰਾਂਸਮਿਸ਼ਨ, ascendancy of knowledge, information, development of personal competencies, development of social behavior, aptitude for teamwork, risk taking initiative, excellent interpersonal skills। ਤਾਂ ਐਕਸੀਲੈਂਟ ਇੰਟਰਪਰਸਨਲ ਸਕਿੱਲਸ ਜਿਹੜੀਆਂ ਨੇ ਉਹ ਡਿਪੈਂਡ ਕਰਦੀਆਂ ਨੇ ਰਿਸਕ ਟੇਕਿੰਗ ਇਨੀਸ਼ੀਏਟਿਵ 'ਤੇ। ਜਦੋਂ ਅਸੀਂ ਰਿਸਕ ਲੈਣਾ ਸਿੱਖ ਜਾਂਦੇ ਜ਼ਿੰਦਗੀ ਦੇ ਵਿੱਚ, ਤਾਂ ਸਾਨੂੰ ਜਿਹੜੀਆਂ ਸਾਡੀਆਂ ਸਕਿੱਲਸ ਨੇ ਜਿਹੜੀਆਂ ਸਾਡੀਆਂ ਉਹ ਡਿਵੈਲਪ ਹੁੰਦੀਆਂ ਨੇ। ਤਾਂ ਇੰਨੀਆਂ ਡਿਵੈਲਪ ਹੁੰਦੀਆਂ ਕਿ ਅਸੀਂ ਬਹੁਤ ਜ਼ਿਆਦਾ ਕਾਮਯਾਬੀ ਜਿਹੜੀ ਉਹ ਹਾਸਲ ਕਰਦੇ ਹਾਂ। ਤਾਂ ਰਿਸਕ ਟੇਕਿੰਗ ਜਿਹੜਾ ਹੈ ਉਹ ਸਾਡੇ ਟੀਮ ਵਰਕ ਦੇ ਐਪਟੀਟਿਊਡ ਤੋਂ ਆਉਂਦਾ ਹੈ। ਟੀਮ ਵਰਕ ਦਾ ਐਪਟੀਟਿਊਡ ਆ ਜਿਹੜਾ ਉਹ ਕਿੱਥੋਂ ਆਉਂਦਾ? ਸੋਸ਼ਲ ਬਿਹੇਵੀਅਰ ਦੀ ਡਿਵੈਲਪਮੈਂਟ ਤੋਂ। ਇਸੇ ਤਰ੍ਹਾਂ ਸੋਸ਼ਲ ਬਿਹੇਵੀਅਰ ਆ ਜਿਹੜਾ ਉਹ ਪਰਸਨਲ ਕੰਪੀਟੈਂਸੀ ਦਾ ਹਿੱਸਾ ਹੈ ਜਾਂ ਉਹਦੇ ਤੋਂ ਹੀ ਬਣਦਾ ਹੈ। ਇਸ ਤਰ੍ਹਾਂ ਨਾਲ ਜਿਹੜੇ ਇਹ ਸਟੈਪ ਨੇ ਇਹ ਚੱਲਦੇ ਜਾਂਦੇ ਨੇ, ਤਾਂ ਆਖਿਰ 'ਤੇ ਅਸੀਂ ਐਕਸੀਲੈਂਟ ਇੰਟਰਪਰਸਨਲ ਸਕਿੱਲਸ ਦੇ ਉੱਤੇ ਪਹੁੰਚ ਜਾਂਦੇ ਹਾਂ। ਸਾਡੇ ਕੋਲ ਹੈਗੀਆਂ ਨੇ ਪਰਸਨਲ ਕੰਪੀਟੈਂਸੀਜ਼। ਪਰਸਨਲ ਕੰਪੀਟੈਂਸੀ ਤੇ ਸਰਟੀਫਾਈਡ ਸਕਿੱਲਸ, ਦੋ ਚੀਜ਼ਾਂ ਨੇ ਸਾਡੇ ਕੋਲ। ਤਾਂ ਲਰਨਿੰਗ ਟੂ ਡੂ ਇਜ਼ ਅ ਕਨਸੈਪਟ ਵੇਅਰ ਟੈਕਨੀਕਲ ਸਕਿੱਲਸ, ਜਿਨ੍ਹਾਂ ਨੂੰ ਸਰਟੀਫਾਈਡ ਸਕਿੱਲਸ ਬੋਲਦੇ ਹਾਂ ਅਸੀਂ, ਜਿਹੜੀਆਂ ਸਾਨੂੰ ਸਰਟੀਫਿਕੇਟਾਂ ਦੁਆਰਾ ਦਿਖਾਉਂਦੀਆਂ ਨੇ ਕਿ ਇਸ ਪਰਟੀਕੂਲਰ ਬੰਦੇ ਨੇ ਇਹ ਸਕਿੱਲ ਲਈ ਹੋਈ ਹੈ। ਪੇਅਰਡ ਵਿਦ ਪਰਸਨਲ ਕੰਪੀਟੈਂਸੀਜ਼ ਇਕੁਇਪਸ ਮੈਨ, ਜਦੋਂ ਉਹਨਾਂ ਨੂੰ ਜੋੜਿਆ ਜਾਂਦਾ ਪਰਸਨਲ ਕੰਪੀਟੈਂਸੀਜ਼ ਦੇ ਨਾਲ, ਜਿਹੜੀਆਂ ਸਾਡੀਆਂ ਜਿਹੜੀਆਂ ਪਰਸਨੈਲਿਟੀ ਦੀਆਂ ਸਕਿੱਲਸ ਨੇ ਉਹਨਾਂ ਦੇ ਨਾਲ ਜੋੜਿਆ ਜਾਂਦਾ,
ਦ ਐਬਿਲਿਟੀ ਟੂ ਪਰਫਾਰਮ ਵੈਲ ਹਿਜ਼ ਪਰਟੀਕੂਲਰ ਵਰਕ, ਤਾਂ ਕੀ ਆ ਮਨੁੱਖ ਆ ਜਿਹੜਾ ਉਹ ਚੰਗੀ ਤਰ੍ਹਾਂ ਨਾਲ ਆਪਣੀ ਪੂਰੀ ਯੋਗਤਾ ਨਾਲ ਜਿਹੜਾ ਕੋਈ ਵੀ ਖਾਸ ਕੰਮ ਆ, ਜਿਹੜਾ ਕੋਈ ਵੀ ਕੰਮ ਆ ਉਹ ਪਰਫਾਰਮ ਕਰ ਸਕਦਾ। ਇਨ ਫੈਕਟ ਲਰਨਿੰਗ ਟੂ ਡੂ ਟੈਕਲਸ not purely on instructing on individual to perform a specific task, but to give a grounding in concept called personal competencies। ਤਾਂ ਜਿਹੜਾ ਵੀ ਇੰਡੀਵਿਜੂਅਲ ਆ ਉਹ ਸਿਰਫ ਇੰਸਟਰਕਸ਼ਨਸ ਦੇ ਬੇਸ 'ਤੇ ਜਾਂ ਆਪਣੀ ਨੌਲੇਜ ਦੇ ਬੇਸ 'ਤੇ ਚੰਗੀ ਤਰ੍ਹਾਂ ਪਰਫਾਰਮ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਉਸ ਦਾ ਬੇਸ ਆ ਜਿਹੜਾ ਉਹ ਪਰਸਨਲ ਕੰਪੀਟੈਂਸੀਜ਼ ਦੇ ਉੱਤੇ ਨਹੀਂ ਟਿਕਦਾ। ਮੀਨਸ ਸਭ ਤੋਂ ਪਹਿਲਾਂ ਤੁਹਾਡਾ ਬਿਹੇਵੀਅਰ, ਉਸ ਤੋਂ ਬਾਅਦ ਤੁਹਾਡੀਆਂ ਸਕਿੱਲਸ, ਬਿਹੇਵੀਅਰ ਸਕਿੱਲਸ ਅਤੇ ਫਿਰ ਸਰਟੀਫਾਈਡ ਸਕਿੱਲਸ। ਪਰਸਨਲ ਕੰਪੀਟੈਂਸੀਜ਼ ਦੀ ਗੱਲ ਕਰੀਏ ਜੀ ਅਸੀਂ, it means that learning to do involves the acquisition of skills that are often linked to occupation success and some personal competencies। ਤਾਂ ਇਹ ਜਿਹੜੀਆਂ ਨੇ ਆਕੂਪੇਸ਼ਨਲ ਸਕਿੱਲਸ ਦੇ ਨਾਲ ਜੁੜ ਕੇ ਸਾਨੂੰ ਜਿਹੜੀਆਂ ਨੇ ਇਹ ਇੱਕ ਪਰਫੈਕਟ ਪਰਸਨ ਬਣਾਉਂਦੀਆਂ ਨੇ। ਇਹਦੇ ਵਿੱਚ ਕਿਹੜੇ ਨੇ? ਸੋਸ਼ਲ ਬਿਹੇਵੀਅਰ ਆ ਸਾਡਾ, ਪਰਸਨਲ ਇਨੀਸ਼ੀਏਟਿਵ ਨੇ, ਵਿਲਿੰਗਨੈਸ ਟੂ ਟੇਕ ਰਿਸਕ ਕਮਿਊਨੀਕੇਸ਼ਨ ਸਕਿੱਲਸ ਨੇ, ਪ੍ਰੋਬਲਮ ਸੋਲਵਿੰਗ ਸਕਿੱਲਸ ਨੇ, ਅਡੈਪਟੇਬਿਲਿਟੀ, ਸੋਸ਼ਲ ਰਿਸਪੌਂਸਿਬਿਲਿਟੀ ਐਂਡ ਲੀਡਰਸ਼ਿਪ ਦੀਆਂ ਸਕਿੱਲਸ ਨੇ। ਤਾਂ ਇਹ ਸਾਰੀਆਂ ਸਕਿੱਲਸ ਨੇ ਜਿਹੜੀਆਂ ਸਾਨੂੰ ਇੱਕ ਕਾਮਯਾਬ ਇਨਸਾਨ ਬਣਾਉਂਦੀਆਂ ਨੇ। ਤਾਂ ਸਾਡੀ 21st ਸੈਂਚੁਰੀ ਦੀ ਐਜੂਕੇਸ਼ਨ ਦਾ ਮੋਟਿਵ ਆ ਜਿਹੜਾ ਉਹ ਇਹੀ ਹੈ। ਅੱਗੇ ਸਾਡੇ ਕੋਲ ਹੈਗਾ ਲਰਨਿੰਗ ਟੂ ਡੂ ਇੰਪਲੀਮੈਂਟੇਸ਼ਨ। ਹੁਣ ਇਹਦੀ ਇੰਪਲੀਮੈਂਟੇਸ਼ਨ ਐਜੂਕੇਸ਼ਨ ਦੇ ਵਿੱਚ ਪ੍ਰੈਕਟੀਕਲ ਨੌਲੇਜ ਹੋਣੀ ਚਾਹੀਦੀ ਆ, ਸਿਸਟਮੈਟਿਕ ਇੰਪਲੀਕੇਸ਼ਨ ਹੋਣੀ ਚਾਹੀਦੀ ਹੈ ਇਹਦੀ, ਲਾਈਫ ਲੌਂਗ ਲਰਨਿੰਗ ਦੇ ਵਿੱਚ ਇਨਵੋਲਵ ਹੋਣਾ ਚਾਹੀਦਾ ਹੈ, ਕਲਟੀਵੇਟ ਹਿਊਮਨ ਕੁਆਲਿਟੀਜ਼, ਐਕਸਪੀਰੀਐਂਟਲ ਲਰਨਿੰਗ, ਪ੍ਰੈਕਟੀਕਲ ਬੇਸਡ ਸਕਿੱਲਸ, ਵਰਕ ਬੇਸਡ ਐਜੂਕੇਸ਼ਨ। ਤਾਂ ਐਜੂਕੇਸ਼ਨ ਦੇ ਵਿੱਚ ਜਿਹੜੀਆਂ ਇਹਨੂੰ ਅਪਲਾਈ ਕਰਨਾ ਤਾਂ ਹੀ ਜਿਹੜਾ ਸਾਡਾ ਮੋਟਿਵ ਆ ਪੂਰਾ ਹੋ ਸਕਦਾ ਅਤੇ ਅਸੀਂ ਕਾਮਯਾਬ ਹੋ ਸਕਦੇ ਹਾਂ ਜੇ ਅਸੀਂ ਇਹਦੀ ਇੰਪਲੀਮੈਂਟੇਸ਼ਨ ਆ ਜਿਹੜੀ ਉਹ ਸਹੀ ਢੰਗ ਨਾਲ ਕਰਾਂਗੇ। ਅੱਗੇ ਸਾਡੇ ਕੋਲ ਹੈਗਾ ਇੰਪੋਰਟੈਂਸ ਆਫ ਲਰਨਿੰਗ ਟੂ ਡੂ। ਕੀ ਇੰਪੋਰਟੈਂਸ ਆ ਲਰਨਿੰਗ ਟੂ ਡੂ ਦੀ? ਬਹੁਤ ਸਾਰੀ ਇੰਪੋਰਟੈਂਸ ਆ, ਅਸੀਂ ਨਾਲੋਂ ਨਾਲ ਡਿਸਕਸ ਕਰ ਰਹੇ ਹਾਂ ਵੈਸੇ, ਪਰ ਫਿਰ ਵੀ ਇੱਕ ਪੁਆਇੰਟਸ ਦੇ ਵਿੱਚ ਕੁਐਸਚਨ ਤੁਹਾਨੂੰ ਸ਼ਾਰਟ ਨੋਟ ਆ ਤੁਹਾਨੂੰ ਆ ਸਕਦਾ ਹੈ। ਤਾਂ ਲੌਂਗ ਦੇ ਵਿੱਚ ਵੀ ਇਹਨੂੰ ਤੁਸੀਂ ਜੇ ਐਕਸਪਲੇਨ ਕਰਕੇ ਲਿਖੋਗੇ ਤਾਂ ਲੌਂਗ ਨੋਟ ਵੀ ਬਣਦਾ ਹੈ ਤੁਹਾਡਾ। ਤਾਂ ਪਹਿਲੇ ਨੰਬਰ 'ਤੇ ਸੋਲਿਊਸ਼ਨ ਆਫ ਵੇਰੀਅਸ ਪ੍ਰੋਬਲਮਸ। ਤਾਂ ਇਸ ਤਰ੍ਹਾਂ ਦੇ ਇਨਸਾਨ ਪੈਦਾ ਕਰਨਾ ਜਿਹੜਾ ਆਕੂਪੇਸ਼ਨ ਦੇ ਨਾਲ ਨਾਲ ਪਰਸਨਲ ਸਕਿੱਲਸ ਵੀ ਜਿਨ੍ਹਾਂ ਦੀਆਂ ਡਿਵੈਲਪ ਹੋਣ ਤਾਂ ਕੋਈ ਵੀ ਪ੍ਰੋਬਲਮ ਆ ਜਿਹੜੀ ਉਹਨਾਂ ਦੇ ਅੱਗੇ ਨਹੀਂ ਟਿਕ ਸਕਦੀ। ਤਾਂ ਇਹਦੀ ਇੰਪੋਰਟੈਂਸ ਵੀ ਇਹੀ ਆ ਕਿ ਹਰੇਕ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਦਾ ਸੋਲਿਊਸ਼ਨ ਆ। ਟੂ ਮੇਨਟੇਨ ਕੋਆਰਡੀਨੇਸ਼ਨ, ਲਰਨਿੰਗ ਬਿਕਮਸ ਮੀਨਿੰਗਫੁਲ। ਕੋਆਰਡੀਨੇਸ਼ਨ ਮੀਨਸ ਤਾਲਮੇਲ ਸਥਾਪਿਤ ਕਰਨ ਲਈ ਇਹਦੀ ਜ਼ਰੂਰਤ ਆ, ਸਾਨੂੰ ਮਹੱਤਵ ਆ ਇਹਦਾ। ਮੀਨਿੰਗਫੁਲ ਬਣਾਉਣ ਲਈ ਐਜੂਕੇਸ਼ਨ ਨੂੰ, ਲਰਨਿੰਗ ਨੂੰ ਅਰਥ ਭਰਪੂਰ ਬਣਾਉਣ ਲਈ ਇਸ ਦੀ ਜ਼ਰੂਰਤ ਆ। ਆਕੂਪੇਸ਼ਨਲ ਵੋਕੇਸ਼ਨਲ ਟ੍ਰੇਨਿੰਗ, ਕਿੱਤੇ ਦੀ ਜਿਹੜੀ ਟ੍ਰੇਨਿੰਗ ਆ ਉਹ ਦੇਣ ਲਈ ਵੀ ਇਹਦੀ ਜ਼ਰੂਰਤ ਆ। ਪੋਜ਼ੀਟਿਵ ਆਊਟਲੁੱਕ ਟੁਆਰਡਸ ਵਰਕ, ਸਿਸਟਮੈਟਿਕ ਵਰਕ, ਐਟੀਟਿਊਡ ਆਫ ਸਰਵਿਸ, ਐਫੀਸ਼ੀਐਂਸੀ ਇਨ ਵਰਕ, ਡਿਵੈਲਪਮੈਂਟ ਆਫ ਸਕਿੱਲਸ, ਗਰੁੱਪ ਲਰਨਿੰਗ। ਤਾਂ ਇਹ ਸਾਰੀਆਂ ਕੀ ਨੇ ਇਹਦੀਆਂ ਜਿਹੜੀਆਂ ਨੇ ਜ਼ਰੂਰਤਾਂ ਨੇ ਜਾਂ ਮਹੱਤਵ ਆ ਇਹਦਾ। ਤਾਂ ਇੱਥੇ ਅਸੀਂ ਇਹੀ ਗੱਲ ਕਹਾਂਗੇ ਕਿ ਜਿਹੜੀ ਲਰਨਿੰਗ ਟੂ ਡੂ ਐਜੂਕੇਸ਼ਨ ਆ ਉਹ ਸਾਨੂੰ ਸਿਸਟਮੈਟਿਕ ਵਰਕ ਕਰਨਾ ਸਿਖਾਊਗੀ। ਸਾਡਾ ਆਊਟਲੁੱਕ ਆ ਜਿਹੜਾ ਵਰਕ ਪ੍ਰਤੀ, ਆਪਣੇ ਫਰਜ਼ਾਂ ਪ੍ਰਤੀ ਉਹ ਪੋਜ਼ੀਟਿਵ ਬਣਾਊਗੀ। ਸਾਡੇ ਵਿੱਚ ਸੇਵਾ ਭਾਵਨਾ ਜਾਗਰਿਤ ਕਰੂਗੀ, ਕੰਮ ਦੀ ਯੋਗਤਾ ਪ੍ਰਦਾਨ ਕਰੂਗੀ ਸਾਨੂੰ, ਸਾਡੇ ਵਿੱਚ ਸਕਿੱਲਸ ਨੇ ਜਿਹੜੀਆਂ ਉਹ ਡਿਵੈਲਪ ਕਰੂਗੀ ਅਤੇ ਗਰੁੱਪ ਲਰਨਿੰਗ ਸਿਖਾਊਗੀ। ਇਹ ਸਾਰਾ ਮਹੱਤਵ ਆ ਇਹਦਾ। ਤਾਂ ਅੱਜ ਦੀ ਵੀਡੀਓ 'ਚ ਇੰਨਾ ਹੀ ਕਾਫੀ ਆ। ਤਾਂ ਇਹਦੇ ਵਿੱਚ ਤੁਹਾਡੇ ਜਿਹੜੇ ਲੌਂਗ ਕੁਐਸਚਨ ਆ ਇਹ 10 ਮਾਰਕਸ ਦਾ ਲਰਨਿੰਗ ਟੂ ਡੂ ਵਾਲਾ। ਤਾਂ ਜੇ ਤੁਹਾਨੂੰ ਸ਼ਾਰਟ ਨੋਟਸ ਆਉਂਦੇ ਨੇ ਤਾਂ ਤੁਸੀਂ ਉਹ ਵੀ ਕਵਰ ਕਰ ਸਕਦੇ ਹੋ। ਜਿਹੜੇ ਵੀ ਟੌਪਿਕ ਦੇ ਵਿੱਚ ਪਰਸਨਲ ਕੰਪੀਟੈਂਸੀ 'ਚ ਆਉਂਦਾ, ਤਾਂ ਜਿਹੜੀਆਂ ਇੰਪਲੀਮੈਂਟੇਸ਼ਨ ਦੇ ਵਿੱਚ ਆਉਂਦਾ ਹੈ, ਇੰਪੋਰਟੈਂਸ ਦੇ ਵਿੱਚ ਆਉਂਦਾ, ਸਾਰੇ ਕਵਰ ਕਰ ਸਕਦੇ ਹੋ। ਤਾਂ ਅੱਜ ਲਈ ਇੰਨਾ ਹੀ। ਅੱਗੇ ਫਿਰ ਅਗਲੀ ਜਿਹੜਾ ਪਿਲਰ ਆ ਉਹਨੂੰ ਲੈ ਕੇ ਆਵਾਂਗੇ। ਓਕੇ, ਥੈਂਕਸ।